प्रोग्राम खास खबर देख रहे दर्शकों का स्वागत। मैं हाँ कमलजीत सिद्धू ते तुसीं देख रहे हो द पंजाब टॉकस चैनल। चंडीगढ़ ਦੇ ਵਿੱਚ ਪਾਸਪੋਰਟ ਦਫ਼ਤਰਾਂ ਦੇ ਉੱਤੇ ਦਲਾਲ ਛਾਏ ਹੋਏ ਨੇ। ਹੁਣ ਕਿਸ ਤਰੀਕੇ ਪਾਸਪੋਰਟ ਉੱਥੇ ਬਣਦੇ ਨੇ ਇਸ ਦੇ ਉੱਤੇ ਗੱਲਬਾਤ ਹੋਵੇਗੀ ਤੇ ਦੂਸਰੇ ਪਾਸੇ ਧਨਾੜ ਕਿਸਾਨਾਂ ਨੂੰ ਜਿਹੜੀ ਖੇਤੀ ਨੀਤੀ ਬਣ ਰਹੀ ਹੈ ਉਹਦੇ ਵਿੱਚ ਕੀ ਹੁਣ ਜਿਹੜੀ ਮੁਫਤ ਦੀ ਬਿਜਲੀ ਆ ਉਹ ਬੰਦ ਹੋਵੇਗੀ, ਇਸ ਤੇ ਗੱਲ ਕਰਾਂਗੇ। ਪਹਿਲੀ ਖਬਰ ਵੱਲ ਆਉਂਦੇ ਆ। ਆਮ ਤੌਰ ਦੇ ਉੱਤੇ ਇੱਕ ਵੇਲਾ ਸੀਗਾ ਕਿ ਜਦੋਂ ਜਲੰਧਰ ਦੇ ਵਿੱਚ ਪਾਸਪੋਰਟ ਦਫ਼ਤਰ ਹੁੰਦੇ ਸੀਗੇ ਤੇ ਫਿਰ ਚੰਡੀਗੜ੍ਹ ਦੇ ਵਿੱਚ ਵੀ ਪਾਸਪੋਰਟ ਦਫ਼ਤਰ ਜਿਹੜੇ ਸੀਗੇ ਉਹ ਖੁੱਲ੍ਹੇ ਔਰ ਉੱਥੇ ਬਹੁਤ ਭੀੜਾਂ ਅਸੀਂ ਦੇਖੀਆਂ ਆ। ਟ੍ਰਿਬਿਊਨ ਚੌਂਕ ਤੋਂ ਉੱਤਰ ਕੇ ਜਦੋਂ ਅਸੀਂ ਜਾਂਦੇ ਹਾਂ ਚੰਡੀਗੜ੍ਹ ਤੋਂ, ਅਸੀਂ ਨੇੜੇ ਹੀ ਪਾਸਪੋਰਟ ਦਫ਼ਤਰ ਦੀਆਂ ਬਿਲਡਿੰਗਾਂ ਨਜ਼ਰ ਆਉਣੀਆਂ ਸ਼ੁਰੂ ਹੋ ਜਾਂਦੀਆਂ ਆ। ਉੱਥੇ ਜਾਂਦੇ ਆ ਤੇ ਪੂਰੇ ਪੰਜਾਬ ਦੀਆਂ ਜਿਹੜੀਆਂ ਭੀੜਾਂ ਆ ਉਸ ਥਾਂ ਦੇ ਉੱਤੇ ਖੜੀਆਂ ਹੁੰਦੀਆਂ ਆ। ਪਾਸਪੋਰਟ ਬਣਾਉਣ ਵਾਲੇ ਲਗਾਤਾਰ ਫਾਰਮ ਭਰ ਕੇ ਉੱਥੇ ਲੱਗੇ ਪਏ ਹੁੰਦੇ ਆ, ਲਾਈਨਾਂ ਦੇ ਵਿੱਚ ਉਡੀਕ ਰਹੇ ਹੁੰਦੇ ਆ ਵਾਰੀਆਂ ਦੀ। ਪਰ ਹੁਣ ਉਸੇ ਪਾਸਪੋਰਟ ਦਫ਼ਤਰ ਦੇ ਬਾਰੇ ਵੱਡੀ ਖਬਰ ਆਈ ਆ ਕਿ ਉੱਥੇ ਦਲਾਲ ਜਿਹੜੇ ਆ ਉਹ ਕਾਬਜ਼ ਹੋ ਚੁੱਕੇ ਆ। ਤੇ ਕਿਉਂਕਿ ਸਰਕਾਰਾਂ ਦੀਆਂ ਕੁਝ ਨੀਤੀਆਂ ਹੁੰਦੀਆਂ ਆ ਪਾਸਪੋਰਟ ਦੇ ਪਿੱਛੇ, ਜੇ ਦਸੰਬਰ ਮਹੀਨੇ ਦੇ ਵਿੱਚ 2022 ਦੇ ਵਿੱਚ ਕੁਝ ਪਾਬੰਦੀ ਲੱਗੀ ਸੀ ਕਿ ਨਵੇਂ ਵਰ੍ਹੇ ਦੇ ਵਿੱਚ ਇਹ ਪਾਸਪੋਰਟ ਜਿਹੜੇ ਆ ਉਹ ਬਣਾਏ ਜਾਣਗੇ। ਇਸ ਦੌਰਾਨ ਉੱਥੇ ਜੋ ਕੁਝ ਹੋਈ ਜਾਂਦਾ ਆ ਉਹ ਹੁਣ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਆ। ਤਾਂ ਪਾਸਪੋਰਟ ਦਫ਼ਤਰ ਚੰਡੀਗੜ੍ਹ ਵਿੱਚ ਚੱਲ ਰਹੀ ਰਿਸ਼ਵਤਖੋਰੀ ਨਾਲ ਕੋਈ ਵੀ ਨਾ ਹੋਣ ਵਾਲਾ ਕੰਮ ਜਿਹੜਾ ਆ ਜੀ ਦਲਾਲਾਂ ਰਾਹੀਂ ਆਸਾਨੀ ਨਾਲ ਕਰਵਾਇਆ ਜਾ ਸਕਦਾ ਆ। ਆਨਲਾਈਨ ਪਾਸਪੋਰਟ ਰਿਨਿਊ ਕਰਵਾਉਣ ਲਈ ਤਕਰੀਬਨ 5 ਤੋਂ 6 ਮਹੀਨੇ ਬਾਅਦ ਹੀ ਤਰੀਕ ਜਿਹੜੀ ਆ ਉਹ ਮਿਲ ਜਾਂਦੀ ਹੈ ਤੇ ਦਲਾਲਾਂ ਕਰਕੇ ਸਿਰਫ 6 ਮਹੀਨੇ ਵਾਲੀ ਤਰੀਕ 2-3 ਦਿਨ ਬਾਅਦ ਹੀ ਮਿਲ ਜਾਂਦੀ ਹੈ। ਇਸ ਲਈ ਮੋਟੀ ਫੀਸ ਦੇਣੀ ਪੈਂਦੀ ਆ ਜੋ ਕਿ ਅੰਦਰ ਬਾਬੂਆਂ ਦੀ ਉੱਪਰਲੀ ਕਮਾਈ ਦਾ ਵਧੀਆ ਸਰੋਤ ਬਣੀ ਹੋਈ ਆ। ਤਾਂ ਇੱਥੇ ਨਾ ਜਿਹੜੀ ਦਲਾਲਾਂ ਨੂੰ ਫੀਸ ਦਿੱਤੀ ਜਾਂਦੀ ਹੈ ਉਹਦੇ ਵਿੱਚ ਭਾਵੇਂ ਤੁਸੀਂ ਕੋਈ ਐਮਰਜੈਂਸੀ ਪਾਸਪੋਰਟ ਬਣਾਉਣਾ ਆ ਜਾਂ ਕੋਈ ਰਿਨਿਊ ਕਰਾਉਣਾ ਆ, ਜੇ ਤੁਸੀਂ ਉਹਨਾਂ ਦਲਾਲਾਂ ਨੂੰ ਨਹੀਂ ਮਿਲਦੇ ਤੇ ਉਹਨਾਂ ਤੋਂ ਬਿਨਾਂ ਤੁਹਾਡਾ ਕੰਮ ਹੋਣਾ ਨੀਗਾ। ਤੇ ਫਿਰ ਹੁੰਦਾ ਪਤਾ ਕੀ ਆ, ਫਿਰ ਤੁਸੀਂ ਗੇੜੇ ਤੇ ਗੇੜਾ ਕੱਢੀ ਜਾਓ, ਤਰੀਕ ਤੇ ਤਰੀਕ ਉੱਥੇ ਵੀ ਮਿਲੀ ਜਾਂਦੀ ਆ। ਅੰਦਰ ਬੈਠੇ ਜਿਹੜੇ ਬਾਊ ਆ ਤੁਹਾਨੂੰ ਤਰੀਕਾਂ ਦੇਈ ਜਾਂਦੇ ਆ, ਨਿੱਕੀ ਨਿੱਕੀ ਗੱਲ ਦੇ ਉੱਤੇ ਤੁਹਾਨੂੰ ਉਲਝਾਈ ਜਾਂਦੇ ਆ। ਹੁਣ ਆਹ ਨਹੀਂ ਇਹਦੇ ਵਿੱਚ ਲਿਖਿਆ, ਆਹ ਇੱਥੋਂ ਨੁਕਤਾ ਨਹੀਂ ਪਾਇਆ ਗਾ, ਆਹ ਚੀਜ਼ ਇਹਦੇ ਵਿੱਚ ਸਹੀ ਨਹੀਂ ਹੈਗੀ। ਯਾਨੀ ਕੋਈ ਨਾ ਕੋਈ ਇਹੋ ਜਿਹਾ ਬਹਾਨਾ ਕੱਢਦੇ ਆ ਵੀ ਜਦੋਂ ਤੁਹਾਨੂੰ 2-3-4 ਗੇੜੇ ਉਹਨਾਂ ਨੇ ਮਰਾਤੇ ਤੇ ਉਸ ਤੋਂ ਬਾਅਦ ਫਿਰ ਕੀ ਹੁੰਦਾ ਤੇ ਤੁਹਾਨੂੰ ਫਿਕਰ ਬਣ ਜਾਂਦਾ ਵੀ ਯਾਰ ਇਹ ਤਾਂ ਬਾਹਲਾ ਚੱਕਰ ਹੁਣ ਪੈ ਗਿਆ ਤੇ ਹੁਣ ਕਿਵੇਂ ਬਚਾਅ ਕੀਤਾ ਜਾਵੇ। ਬਚਾਅ ਦਾ ਫਿਰ ਹੱਲ ਇਹ ਹੁੰਦਾ ਵੀ ਖਾਏ ਖਸਮਾਂ ਨੂੰ ਭਕਾਈ ਕਰਨ ਨਾਲੋਂ ਬਿਹਤਰ ਆ ਵੀ ਕੁਛ ਦੇ ਲੈ ਕੇ ਜਿਹੜਾ ਆ ਕੰਮ ਕਰਵਾ ਲਿਆ ਜਾਵੇ। ਇਹੀ ਸਾਡੀ ਫਿਤਰਤ ਬਣੀ ਹੋਈ ਆ। ਵੈਸੇ ਇਕੱਲਾ ਇੱਥੇ ਨਹੀਂ, ਸਾਡੇ ਸਰਕਾਰੀ ਅਦਾਰਿਆਂ ਵਿੱਚ ਸਾਰਿਆਂ 'ਚ ਸਾਡੀ ਇਹ ਫਿਤਰਤ ਜਿਹੜੀ ਆ ਬਣ ਚੁੱਕੀ ਆ। ਤਾਈਓਂ ਅੰਦਰ ਬੈਠੇ ਜਿਹੜੀ ਬਾਬੂਸ਼ਾਹੀ ਆ ਉਹ ਇਸ ਰਿਸ਼ਵਤਖੋਰੀ ਦੇ ਵਿੱਚ ਅੱਗੇ ਵੱਧ ਚੁੱਕੀ ਆ। ਲਗਾਤਾਰ ਉਹਨਾਂ ਦੀਆਂ ਜਿਹੜੀਆਂ ਨੇ ਹੁਣ ਕੋਠੀਆਂ ਕਾਰਾਂ ਬਣ ਰਹੀਆਂ ਨੇ, ਪੈਸਾ ਉਹਨਾਂ ਦੇ ਕੋਲੇ ਆ ਰਿਹਾ, ਰਲ ਮਿਲ ਕੇ ਯਾਨੀ ਕਿ ਸਾਰੇ ਉੱਥੇ ਖਾਈ ਜਾਂਦੇ ਆ ਅਦਾਰਿਆਂ ਦੇ ਵਿੱਚ। ਇਲਾਕੇ ਦੇ ਲੋਕਾਂ ਦੀ ਗੱਲ ਸਾਹਮਣੇ ਆਈ ਆ। ਉਹਨਾਂ ਨੇ ਦੱਸਿਆ ਹੈ ਕਿ ਪਾਸਪੋਰਟ ਆਦਿ ਬਣਵਾਉਣ ਅਤੇ ਰਿਨਿਊ ਕਰਾਉਣ ਲਈ 5 ਤੋਂ 6 ਮਹੀਨੇ ਦੀ ਔਨਲਾਈਨ ਜਿਹੜੀ ਤਰੀਕ ਆ ਉਹ ਮਿਲ ਰਹੀ ਆ। ਔਨਲਾਈਨ ਤਰੀਕ ਲੈਣ ਤੋਂ ਬਾਅਦ ਜੇਕਰ ਤੁਹਾਨੂੰ ਐਮਰਜੈਂਸੀ ਹੈ ਤਾਂ ਜਲਦੀ ਪਾਸਪੋਰਟ ਜੇ ਬਣਵਾਉਣਾ ਹੈ ਤਾਂ ਪਾਸਪੋਰਟ ਦਫ਼ਤਰ ਚੰਡੀਗੜ੍ਹ ਦੇ ਹਰੇਕ ਸ਼ਹਿਰ ਵਿੱਚ ਦਲਾਲ 15 ਤੋਂ 20 ਹਜ਼ਾਰ ਰੁਪਏ ਲੈ ਕੇ ਉਹੀ 6 ਮਹੀਨੇ ਵਾਲੀ ਆਨਲਾਈਨ ਤਰੀਕ ਤੋਂ ਸਿਰਫ 2 ਜਾਂ 3 ਦਿਨਾਂ ਦੀ ਲੈ ਕੇ ਦੇਣ ਦਾ ਕੰਮ ਪਾਸਪੋਰਟ ਦਫ਼ਤਰ ਚੰਡੀਗੜ੍ਹ ਦੇ ਬਾਬੂਆਂ ਦੀ ਮਿਲੀ ਭੁਗਤ ਦੇ ਨਾਲ ਖੁੱਲ੍ਹੇਆਮ ਹੋ ਰਿਹਾ। ਜੇਕਰ ਤੁਹਾਨੂੰ ਕਾਗਜ਼ਾਂ 'ਚ ਕਮੀ ਹੈ ਤਾਂ ਇਹ ਦਲਾਲ ਉਹ ਕੰਮ ਵੀ ਬਾਬੂਆਂ ਦੀ ਮਿਲੀ ਭੁਗਤ ਨਾਲ ਦੂਰ ਕਰਵਾ ਕੇ ਪਾਸਪੋਰਟ ਬਣਵਾਉਣ ਦਾ ਦਾਅਵਾ ਕਰਦੇ ਆ। ਇੱਦਾਂ ਹੀ ਆ, ਰਲੇ ਮਿਲ ਕੇ ਉਹ ਕਹਿੰਦੇ ਨਾ ਕਿ ਜਦੋਂ ਚੋਰ ਤੇ ਕੁੱਤੀ ਰਲ ਜਾਣ ਤੇ ਫਿਰ ਕੌਣ ਰਾਖਾ ਹੋਵੇ, ਇੱਦਾਂ ਹੀ ਹੁੰਦਾ ਆ। ਫਿਰ ਘਰ ਦਾ ਕੋਈ ਰਾਖਾ ਹੋਰ ਨਹੀਂ ਹੋ ਸਕਦਾ ਗਾ। ਇੱਥੇ ਹੁਣ ਚੋਰ ਕੁੱਤੀ ਦੇ ਰਲਣ ਦੀ ਗੱਲ ਸਾਹਮਣੇ ਆਈ ਆ। ਇੱਥੇ ਮੈਂ ਇੱਕ ਪੁਰਾਣੀ ਖਬਰ ਤੇ ਪਹਿਲਾਂ ਆਪਾਂ ਨਿਗਾਹ ਮਾਰਦੇ ਹਾਂ। ਮੈਂ ਤੁਹਾਨੂੰ ਦੱਸਦਾ ਹਾਂ ਕਿ 20 ਨਵੰਬਰ 2022 ਦੀ ਇੱਕ ਪੁਰਾਣੀ ਖਬਰ ਹੈ ਜਿਹਦੇ ਵਿੱਚ ਇੰਨੀ ਦਿਨੀ ਪਾਸਪੋਰਟ ਹਾਸਲ ਕਰਨ ਲਈ ਮਾਰੋ ਮਾਰ ਹੋ ਗਈ ਹੈ। ਸਥਿਤੀ ਹੈ ਕਿ ਹੁਣ ਪਾਸਪੋਰਟ ਲਈ
ਵੇਟਿੰਗ ਸ਼ੁਰੂ ਹੋ ਗਈ ਆ ਤੇ ਅੱਜ ਕੱਲ੍ਹ ਵਿਦੇਸ਼ਾਂ ਦੇ ਵਿੱਚ ਜਾਂ ਨੌਕਰੀ ਲਈ ਜਾਣ ਵਾਲੇ ਲੋਕਾਂ ਲਈ ਪਾਸਪੋਰਟ ਬਣਵਾਉਣ ਵਿੱਚ ਦਿੱਕਤ ਆ ਰਹੀ ਹੈ। ਲੋਕਾਂ ਨੂੰ ਪਾਸਪੋਰਟ ਬਣਾਉਣ ਲਈ ਹੁਣ ਅਗਲੇ ਸਾਲ 8 ਫਰਵਰੀ ਤੱਕ ਦੀ ਉਡੀਕ ਕਰਨੀ ਪਵੇਗੀ। 8 ਫਰਵਰੀ ਤੱਕ ਸਾਰੀ ਬੁਕਿੰਗ ਫੁੱਲ ਆ, ਯਾਨੀ ਕਿ ਮੈਂ ਤੁਹਾਡੇ ਨਾਲ ਪੁਰਾਣੀ ਖਬਰ ਸਾਂਝੀ ਕਰ ਰਿਹਾ। ਤਾਂ ਤਤਕਾਲ ਕੋਟੇ ਵਿੱਚ ਪਾਸਪੋਰਟ ਬਣਾਉਣ ਦੀ ਵੀ ਇਹੀ ਹਾਲਤ ਹੈ। ਤਤਕਾਲ ਕੋਟੇ ਵਿੱਚ ਪਾਸਪੋਰਟ ਬਣਾਉਣ ਲਈ 16 ਜਨਵਰੀ 2023 ਤੱਕ ਦੀ ਕੋਈ ਬੁਕਿੰਗ ਜਾਂ ਤਰੀਕ ਉਪਲਬਧ ਨਹੀਂ ਹੈ। ਅਜਿਹੇ 'ਚ ਉਹਨਾਂ ਲੋਕਾਂ ਲਈ ਮੁਸੀਬਤ ਬਣੀ ਹੈ ਜਿਨ੍ਹਾਂ ਨੇ ਪਾਸਪੋਰਟ ਨਹੀਂ ਬਣਾਇਆ ਅਤੇ ਉਹ ਆਪਣੀ ਸਟੱਡੀ ਵੀਜ਼ਾ ਜਾਂ ਵਿਦੇਸ਼ ਘੁੰਮਣ ਜਾਣ ਲਈ ਪਹਿਲੀ ਵਾਰ ਪਾਸਪੋਰਟ ਬਣਵਾ ਰਹੇ ਨੇ। ਲੋਕਾਂ ਨੂੰ ਆਮ ਤਰੀਕੇ ਨਾਲ ਪਾਸਪੋਰਟ ਬਣਵਾਉਣ ਲਈ 9 ਫਰਵਰੀ 2023 ਦੀ ਤਰੀਕ ਦਿੱਤੀ ਜਾ ਰਹੀ ਹੈ, ਜਦੋਂ ਕਿ ਤਤਕਾਲ ਕੋਟੇ 'ਚ ਪਾਸਪੋਰਟ ਬਣਾਉਣ ਲਈ 6 ਜਨਵਰੀ 2023 ਦੀ ਤਰੀਕ ਦਿੱਤੀ ਜਾ ਰਹੀ ਹੈ ਤੇ ਪੁੱਛਗਿੱਛ ਦੀ ਬੁਕਿੰਗ ਵੀ 30 ਦਸੰਬਰ ਤੱਕ ਫੁੱਲ ਸੈਕਟਰ 34 ਦੇ ASCO ਨੰਬਰ 2632 ਸਥਿਤ ਰੀਜਨਲ ਪਾਸਪੋਰਟ ਦਫ਼ਤਰ ਵਿੱਚ ਲੋਕਾਂ ਦੀ ਸਹੂਲਤ ਲਈ ਬਣਾਏ ਗਏ ਪੁੱਛਗਿੱਛ ਕੇਂਦਰ ਤੱਕ 'ਚ ਬੁਕਿੰਗ ਜਿਹੜੀ ਹੈ ਉਹ ਫੁੱਲ ਚੱਲਦੀ ਪਈ ਹੈ। ਦੱਸ ਦਈਏ ਕਿ ਮੁਲਾਜ਼ਮਾਂ 'ਚ ਸਿਰਫ ਪੁੱਛਗਿੱਛ ਦੀ ਸਹੂਲਤ ਉਪਲਬਧ ਹੈ, ਜਦੋਂ ਕਿ ਆਮ ਤਤਕਾਲ ਫੋਟੋ ਜਾਂ ਪਾਸਪੋਰਟ 'ਚ ਕਿਸੇ ਤਰ੍ਹਾਂ ਦੀ ਸੋਧ ਲਈ ਜੋ ਇੰਡਸਟਰੀ ਏਰੀਆ ਫੇਜ਼ 2 ਦੇ ਵਿੱਚ ਸਥਿਤ ਪਲਾਂਟ ਨੰਬਰ 50 ਦੇ ਵਿੱਚ ਵਿਜ਼ਿਟ ਕਰਨਾ ਪੈਂਦਾ ਆ। ਹੁਣ ਆਉਂਦੇ ਆ ਗੱਲ ਦੇ ਉੱਤੇ। ਇਹ ਸੀ ਉਹ ਖਬਰ ਦਾ ਹਵਾਲਾ ਜਿਹਦੇ ਵਿੱਚ ਪਹਿਲਾਂ ਵੀ ਇਹ ਗੱਲ ਉੱਠੀ ਸੀ ਵੀ ਉੱਥੇ ਕੀ ਕੁਝ ਕਰਨਾ ਪੈ ਰਿਹਾ, ਕਿਉਂਕਿ ਦਸੰਬਰ ਦੇ ਵਿੱਚ ਜਿਹੜੀਆਂ ਸੀਗੀਆਂ ਉਹ ਤਰੀਕਾਂ ਨਵੇਂ ਚੜ੍ਹਦੇ ਸਾਲ ਦੀਆਂ ਦਿੱਤੀਆਂ ਗਈਆਂ ਸੀਗੀਆਂ। ਹੁਣ ਚੜ੍ਹਦੇ ਸਾਲ ਦੀਆਂ ਇਹ ਜਿਹੜੀਆਂ ਦੋਵੇਂ ਮਹੀਨਿਆਂ ਦੀਆਂ ਤਰੀਕਾਂ ਸੀ, ਚਾਹੇ ਉਹ ਜਨਵਰੀ ਦੀ ਸੀ ਚਾਹੇ ਉਹ ਫਰਵਰੀ ਦੀ ਸੀ, ਉਹ ਤੋਂ ਹੁਣ ਅਸੀਂ ਮਾਰਚ ਦੇ ਮਹੀਨੇ ਤੱਕ ਆ ਗਏ ਹਾਂ। ਹੁਣ ਇਹਨਾਂ ਦਿਨਾਂ 'ਚ ਜੋ ਕੁਝ ਉੱਥੇ ਚੱਲਦਾ ਪਿਆ ਆ, ਇਹ ਉਸੇ ਦੀ ਗੱਲ ਜਿਹੜੀ ਆ ਹੁਣ ਹੋ ਰਹੀ ਹੈ ਕਿ ਮਾਮਲਾ ਜਿਹੜਾ ਆ ਉਹ ਇੱਥੋਂ ਤੱਕ ਮਹਦੂਦ ਨਹੀਂ ਹੈਗਾ, ਇਹਦੇ ਤਾਰ ਅੰਤਰਰਾਸ਼ਟਰੀ ਪੱਧਰ ਤੱਕ ਜੁੜੇ ਹੋਏ ਆ। ਦੇਸ਼ ਦੀ ਸੁਰੱਖਿਆ ਲਈ ਵੀ ਸਿੱਧੇ ਤੌਰ ਦੇ ਉੱਤੇ ਸੰਨ ਲਾਉਣ ਦਾ ਕੰਮ ਇਹ ਦਲਾਲ ਅਤੇ ਬਾਬੂ ਕਰ ਰਹੇ ਆ, ਕਿਉਂਕਿ ਇਸ ਦਾ ਮਤਲਬ ਇਹ ਹੈ ਕਿ ਪੈਸੇ ਦੇ ਕੇ ਕੋਈ ਵੀ ਆਸਾਨੀ ਨਾਲ ਪਾਸਪੋਰਟ ਬਣਵਾ ਸਕਦਾ ਆ। ਜੇਕਰ ਤੁਹਾਨੂੰ ਵਿਦੇਸ਼ ਜਾਣ ਦੀ ਕੋਈ ਐਮਰਜੈਂਸੀ ਆ ਪਈ ਹੈ ਤਾਂ ਤੁਸੀਂ ਆਨਲਾਈਨ ਦੀ 6 ਮਹੀਨੇ ਵਾਲੀ ਤਰੀਕ ਦਾ ਫਾਰਮ ਲੈ ਕੇ ਪਾਸਪੋਰਟ RPO ਕਿਸੇ ਹੋਰ ਅਧਿਕਾਰੀ ਤੇ ਫਰਿਆਦ ਕਰਨ ਜਾਂਦੇ ਹੋ ਤਾਂ ਉਹ ਤੁਹਾਡੀ ਕੋਈ ਵੀ ਫਰਿਆਦ ਜਿਹੜੀ ਆ ਉਹ ਨਹੀਂ ਸੁਣੀ ਜਾਊਗੀ। ਹੁਣ ਜੇ ਗੱਲ ਇੱਥੇ ਭਰੋਸੇਯੋਗ ਸੂਤਰਾਂ ਦੀ ਮੰਨੀ ਜਾਵੇ ਨਾ, ਤੇ ਉੱਥੇ ਤੈਨਾਤ ਇੱਕ ਔਰਤ ਅਧਿਕਾਰੀ ਹੈ ਜਿਹੜੀ ਦੁਪਹਿਰ 12 ਵਜੇ ਦਫ਼ਤਰ ਪਹੁੰਚਦੀ ਹੈ ਤੇ ਉਹ ਵੀ ਸਿਰਫ ਤੇ ਸਿਰਫ ਜਿਹੜੀ ਆ VIP ਲੋਕਾਂ ਨਾਲ ਮਿਲ ਕੇ ਉਹਨਾਂ ਲਈ ਜਲਦੀ ਪਾਸਪੋਰਟ ਬਣਵਾਉਣ ਦੇ ਕੰਮ ਦੀ ਹਾਮੀ ਭਰਦੀ ਹੈ। ਤੇ ਹੁਣ ਕੁਝ ਦਿਨ ਪਹਿਲਾਂ ਹੀ ਪੰਜਾਬ ਪੁਲਿਸ ਦੇ ਇੱਕ ਬਹੁਤ ਵੱਡੇ ਅਫਸਰ ਅਤੇ ਸਿਹਤ ਵਿਭਾਗ ਦੇ ਵੱਡੇ ਅਧਿਕਾਰੀ ਅਤੇ ਦਰਜਨਾਂ ਪਾਸਪੋਰਟ ਸਿਰਫ ਕੁਝ ਹੀ ਦਿਨ 'ਚ ਬਣਾ ਕੇ ਦਿੱਤੇ ਗਏ ਨੇ, ਜਦੋਂ ਕਿ ਉਹਨਾਂ ਦੀ ਆਨਲਾਈਨ ਤਰੀਕ ਕਈ ਮਹੀਨੇ ਬਾਅਦ ਸੀ, ਜਿੱਥੋਂ ਇਹ ਮਾਮਲਾ ਉਜਾਗਰ ਹੋਇਆ ਕਿ ਉੱਥੇ ਕੀ ਧੰਦੇਬਾਜ਼ੀ ਚੱਲਦੀ ਪਈ ਆ, ਕੀ ਦਲਾਲਬਾਜ਼ੀ ਚੱਲਦੀ ਪਈ ਆ, ਕਿਵੇਂ ਉੱਥੇ ਦਲਾਲ ਜਿਹੜੇ ਆ ਸਰਗਰਮ ਹੋਏ ਆ ਤੇ ਰਲ ਮਿਲ ਕੇ ਉਹ ਦਲਾਲ ਵੀ ਤੁਹਾਡਾ ਕੰਮ ਕਰਵਾਉਣ ਦੀ ਖਾਤਰ, ਤੁਹਾਡੇ ਪਾਸਪੋਰਟ ਨਵੇਂ ਬਣਾਉਣ ਦੀ ਖਾਤਰ, ਆਨਲਾਈਨ ਜਾਂ ਰੀਨਿਊ ਕਰਾਉਣ ਦੀ ਖਾਤਰ, ਤੇ ਉਹ ਕਿਸ ਤਰੀਕੇ ਤੁਹਾਡੇ ਕੋਲੋਂ ਪੈਸਾ ਲੈਂਦੇ ਆ ਔਰ ਤੁਸੀਂ ਫਿਰ ਭਕਾਈ ਤੋਂ ਬਚਦੇ ਹੋਏ ਉੱਥੇ ਪੈਸਾ ਦਿੰਦੇ ਹੋ। ਹੁਣ ਲੋਕਾਂ ਨੇ ਦੱਸਿਆ ਆ ਕਿ ਜਿਹੜੀ ਔਰਤ ਅਧਿਕਾਰੀ ਦਾ ਪਤੀ ਆ ਹਰਿਆਣਾ ਦੇ ਇੱਕ ਉੱਚ ਅਹੁਦੇ ਤੇ ਬਿਰਾਜਮਾਨ ਹੋਣ ਕਾਰਨ ਇਸ ਔਰਤ ਨੂੰ ਇੰਨਾ ਘੁਮੰਡ ਹੈ ਕਿ ਪਾਸਪੋਰਟ ਆਦਿ ਸੰਬੰਧੀ ਸ਼ਿਕਾਇਤ ਲੈ ਕੇ ਆਏ ਲੋਕਾਂ ਨੂੰ ਡਰਾ ਧਮਕਾ ਕੇ ਭਜਾ ਦਿੱਤਾ ਜਾਂਦਾ ਹੈ। ਇੱਥੇ ਵਰਣਨਯੋਗ ਹੈ ਕਿ ਪਿਛਲੇ ਕੁਝ ਮਾਮਲਿਆਂ 'ਚ ਭਾਰਤ 'ਚੋਂ ਖਤਰਨਾਕ ਅਪਰਾਧੀ ਅਤੇ ਗੈਂਗਸਟਰ ਜਿਹੜੇ ਆ ਨਕਲੀ ਪਾਸਪੋਰਟ ਰਾਹੀਂ ਵਿਦੇਸ਼ ਭੱਜਣ ਦੇ ਵਿੱਚ ਸਫਲ ਹੋ ਗਏ ਆ, ਜੋ ਕਿ ਅੱਜ ਵੀ ਦੇਸ਼ ਲਈ ਖਤਰਾ ਬਣੇ ਹੋਏ ਆ। ਲੋਕਾਂ ਨੇ ਵਿਦੇਸ਼ ਮੰਤਰੀ S ਜੈਸ਼ੰਕਰ ਤੋਂ ਮੰਗ ਕੀਤੀ ਹੈ ਕਿ ਪਾਸਪੋਰਟ ਦਫ਼ਤਰ ਚੰਡੀਗੜ੍ਹ ਵਿੱਚ ਜੋ ਹੋ ਰਹੀਆਂ ਧਾਂਦਲੀਆਂ ਉਹਨਾਂ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਇਹੋ ਜਿਹੇ ਅਧਿਕਾਰੀਆਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ, ਜਿਵੇਂ ਕਿ ਉਸ ਜਨਾਨੀ ਅਧਿਕਾਰੀ ਦੀ ਗੱਲ ਕੀਤੀ ਜਾ ਰਹੀ ਹੈ। ਜੇ ਦੇਸ਼ ਦੀ ਸੁਰੱਖਿਆ ਨੂੰ ਉਹ ਇਸ ਤਰ੍ਹਾਂ ਦੇ ਲੋਕ ਰਲ ਮਿਲ ਕੇ ਖਤਰੇ 'ਚ ਪਾ ਰਹੇ ਆ। ਇਸ ਸੰਬੰਧੀ ਪੱਤਰਕਾਰਾਂ ਦੇ ਵੱਲੋਂ ਪਾਸਪੋਰਟ ਦਫ਼ਤਰ ਚੰਡੀਗੜ੍ਹ ਦੇ RPO ਦੀ ਜੋ ਲੈਂਡਲਾਈਨ ਨੰਬਰ 'ਤੇ ਕਈ ਦਿਨਾਂ 'ਤੇ ਵਾਰ-ਵਾਰ ਫੋਨ 'ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਆ, ਪਰ ਕਿਸੇ ਵੱਲੋਂ
ਫੋਨ ਨਹੀਂ ਚੱਕਿਆ ਗਿਆ। ਇੱਥੇ ਮੇਰੇ ਆਪਦਾ ਘਰ ਦਾ ਨਿੱਜੀ ਤਜਰਬਾ ਵੀ ਹੋ ਚੁੱਕਿਆ ਹੈ ਕਿ ਜਦੋਂ ਮੇਰੇ ਹੀ ਭਰਾ ਨੂੰ 4 ਗੇੜੇ ਉੱਥੇ ਪਾਸਪੋਰਟ ਦਫ਼ਤਰ ਚੰਡੀਗੜ੍ਹ ਦੇ ਮਾਰਨੇ ਪਏ ਆ, ਔਰ ਹਰ ਵਾਰੀ ਉਹ ਨਿੱਕੀ ਤੋਂ ਨਿੱਕੀ ਕੋਈ ਗਲਤੀ ਜਿਹੜੀ ਉਹ ਕੱਢ ਕੇ ਉਹਨੂੰ ਵਾਪਸ ਮੋੜਦੇ ਰਹਿੰਦੇ ਆ, ਜਦੋਂ ਕਿ ਅਸੀਂ ਖੁਦ ਮੀਡੀਆ ਨਾਲ ਜੁੜੇ ਹੋਏ ਆ। ਜੇ ਮੀਡੀਆ ਵਾਲਿਆਂ ਨਾਲ ਉਹਨਾਂ ਦਾ ਵਤੀਰਾ ਇੱਦਾਂ ਆ ਤੇ ਆਮ ਲੋਕਾਂ ਦੇ ਨਾਲ ਉਹ ਕਿੱਦਾਂ ਨਿਭਦੇ ਹੋਣਗੇ। ਇੱਥੇ ਪੰਜਾਬ ਸਰਕਾਰ ਨੂੰ ਵੀ ਥੋੜ੍ਹਾ ਜਿਹਾ ਧਿਆਨ ਦੇਣ ਦੀ ਲੋੜ ਹੈ ਕਿ ਜਿਹੜੇ ਲੋਕਾਂ ਨੇ ਨਵੇਂ ਪਾਸਪੋਰਟ ਬਣਾਉਣੇ ਆ ਜਾਂ ਜਿਨ੍ਹਾਂ ਨੇ ਰਿਨਿਊ ਕਰਾਉਣੇ ਆ, ਉਹਨਾਂ ਨੂੰ ਇਹੋ ਜਿਹੀਆਂ ਜਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਜਿਹੜੀ ਬਾਬੂਸ਼ਾਹੀ ਅਫਸਰਸ਼ਾਹੀ ਰਲ ਮਿਲ ਕੇ ਲੁੱਟ ਖਸੁੱਟ ਕਰਦੀ ਪਈ ਆ ਤੇ ਦਲਾਲ ਸਰਗਰਮ ਹੋਏ ਪਏ ਆ, ਇਸ ਦੇ ਉੱਤੇ ਜਲਦੀ ਤੋਂ ਜਲਦੀ ਜਿਹੜੀ ਆ ਭਗਵੰਤ ਮਾਨ ਸਰਕਾਰ ਕਾਰਵਾਈ ਕਰੇ ਤਾਂ ਕਿ ਲੋਕਾਂ ਦੀ ਜਿਹੜੀ ਲੁੱਟ ਖਸੁੱਟ ਹੁੰਦੀ ਹੈ ਉਹ ਬੰਦ ਹੋਵੇ। ਹੁਣ ਆਉਂਦੇ ਜੀ ਅਗਲੀ ਖਬਰ ਵੱਲ। ਤੇ ਇੱਥੇ ਇੱਕ ਗੱਲ ਹੋਰ ਜੁੜਦੀ ਹੈ ਕਿ ਕਿਸਾਨਾਂ ਨੂੰ ਬਿਜਲੀ ਤਾਂ ਮੁਫਤ ਮਿਲਦੀ ਹੈ, ਪਰ ਕੀ ਜਿਹੜੇ ਧਨਾੜ ਕਿਸਾਨ ਅਮੀਰ ਕਿਸਾਨ ਕੀ ਨਵੀਂ ਖੇਤੀ ਨੀਤੀ ਦੇ ਵਿੱਚ ਉਹਨਾਂ ਨੂੰ ਬਿਜਲੀ ਮੁਫਤ ਦਿੱਤੀ ਜਾਊਗੀ? ਆਮ ਤੌਰ 'ਤੇ ਨਾ ਪੰਜਾਬ ਦੇ ਵਿੱਚ ਕਾਫੀ ਸਾਰੀਆਂ ਗੱਲਾਂ ਬਾਤਾਂ ਇੱਦਾਂ ਦੀਆਂ ਸਾਹਮਣੇ ਆਈਆਂ ਆ ਜਿਹਦੇ ਵਿੱਚ ਜਦੋਂ ਕਿਸਾਨਾਂ ਨੂੰ ਬਿਜਲੀ ਮੁਫਤ ਦੇਣ ਦੀ ਗੱਲ ਆਉਂਦੀ ਆ ਤੇ ਲੋਕ ਕਈ ਜਿਹੜੇ ਆਰਥਿਕ ਪੱਖੋਂ ਹੌਲੇ ਆ ਉਹ ਵੀ ਗੱਲ ਕਰਦੇ ਆ। ਆਮ ਵੀ ਜਿਹੜੀ ਚੁੰਝ ਚਰਚਾ ਇਹਨਾਂ ਮੁੱਦਿਆਂ ਦੇ ਉੱਤੇ ਹੁੰਦੀ ਹੈ ਕਿ ਜਿਹੜੇ ਅਮੀਰ ਲੋਕ ਆ ਜਿਨ੍ਹਾਂ ਦੇ ਕੋਲੇ ਪਹਿਲਾਂ ਹੀ ਕਈ ਏਕੜ ਜ਼ਮੀਨਾਂ ਆ, ਯਾਨੀ ਕਿ 100 200 300 ਕਿੱਲੇ ਵਾਲੇ 500 ਕਿੱਲਿਆਂ ਵਾਲੇ ਵੀ ਹੈਗੇ ਆ, ਉਹਨਾਂ ਨੂੰ ਵੀ ਕਾਹਤੋਂ ਬਿਜਲੀ ਮੁਫਤ ਦੇਈ ਜਾਂਦੇ? ਉਹਨਾਂ ਨੂੰ ਤਾਂ ਮੌਜਾਂ ਬਣ ਗਈਆਂ। ਸਗੋਂ ਸਰਕਾਰ ਦੇ ਖਜ਼ਾਨੇ ਦੇ ਉੱਤੇ ਬੋਝ ਪੈਂਦਾ ਪਿਆ ਆ। ਇਸ ਬੋਝ ਨੂੰ ਘੱਟ ਕਰਨ ਦੀ ਖਾਤਰ ਜਿਹੜਾ ਆ ਇਹੋ ਜਿਹੇ ਲੋਕਾਂ ਨੂੰ ਮੁਫਤ ਬਿਜਲੀ ਦੀ ਸਹੂਲਤ ਨਾ ਦਿਓ ਜਿਹੜੇ ਉਹਦੇ ਵਿੱਚ ਬਥੇਰੀ ਖੱਟੀ ਕਮਾਈ ਕਰ ਰਿਹਾ, ਉਹਨਾਂ ਨੂੰ ਤਾਂ ਲਾਹਾ ਹੀ ਲਾਹਾ। ਹੁਣ ਮੰਨ ਕੇ ਚਲੋ ਕਿਸੇ ਨੂੰ 100 ਏਕੜ ਵਾਲੇ ਨੂੰ ਜ਼ਮੀਨ ਦੇ ਉੱਤੇ ਜਿਹੜੀ ਆ ਬਿਜਲੀ ਫ੍ਰੀ ਦੇਤੀ ਆ, ਉਹਦੀਆਂ ਮੋਟਰਾਂ ਚੱਲੀ ਜਾਂਦੀਆਂ, ਟਿਊਬਵੈੱਲ ਚੱਲੀ ਜਾਂਦੇ ਆ, ਤੁਸੀਂ ਦੇਖੋ ਕਿੰਨੀ ਬਿਜਲੀ ਉਹ ਇਕੱਲਾ ਜਣਾ ਹੀ ਖਪਤ ਕਰ ਗਿਆ। ਜੇ ਉਹੀ ਕਿਸੇ ਗਰੀਬ ਨੂੰ ਮਦਦ ਦਿੱਤੀ ਜਾਂਦੀ ਜਾਂ ਗਰੀਬ ਦਾ ਭਲਾ ਕੀਤਾ ਜਾਂਦਾ ਤੇ ਉਹਦਾ ਕਿੰਨਾ ਫਾਇਦਾ ਹੋਣਾ ਸੀਗਾ। ਹੁਣ ਖੇਤੀ ਨੀਤੀ ਦੇ ਵਿੱਚ ਵੀ ਜਿਹੜੀ ਆ ਗੱਲ ਕੀਤੀ ਜਾ ਰਹੀ ਹੈ ਕਿ ਆਖਰ ਦਿੱਤੀ ਜਾਊਗੀ ਤਾਂ ਨਵੀਂ ਖੇਤੀ ਵਿੱਚ ਧਨਾੜ ਕਿਸਾਨਾਂ 'ਤੇ ਬਿਜਲੀ ਸਬਸਿਡੀ ਦੀ ਸਹੂਲਤ ਵਾਪਸ ਲਈ ਜਾਵੇਗੀ, ਇਹ ਸਵਾਲ ਹੈ। ਨਵੀਂ ਖੇਤੀ ਨੀਤੀ ਬਣਾ ਰਹੇ 11 ਮੈਂਬਰੀ ਗਰੁੱਪ ਅੱਗੇ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਨਵੀਂ ਖੇਤੀ ਨੀਤੀ ਨੂੰ ਦੇਸ਼ ਦੀ ਇੱਕ ਮਾਡਲ ਖੇਤੀ ਨੀਤੀ ਬਣਾਏ ਜਾਣ 'ਤੇ ਸਰਕਾਰ ਕੰਮ ਕਰ ਰਹੀ ਹੈ ਤੇ ਹੁਣ ਨਵੀਂ ਖੇਤੀ ਨੀਤੀ ਜਿਹੜੀ ਆ ਜੁਲਾਈ ਮਹੀਨੇ ਦੇ ਵਿੱਚ ਜਾਰੀ ਹੋਣ ਦੀ ਸੰਭਾਵਨਾ ਹੈ। 11 ਮੈਂਬਰੀ ਗਰੁੱਪ ਨੇ ਨੀਤੀ ਤਿਆਰੀ ਲਈ 30 ਜੂਨ ਤੱਕ ਦਾ ਸਮਾਂ ਦਿੱਤਾ ਗਿਆ ਆ। ਨੀਤੀ ਲਈ ਸੁਝਾਅ ਵੀ ਵੱਡੀ ਪੱਧਰ 'ਤੇ ਮਿਲਣ ਲੱਗੇ ਆ। ਪਿੱਛੇ ਜੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਦੇ ਵਿੱਚ ਇੱਕ ਵੱਡਾ ਸਮਾਗਮ ਹੋਇਆ ਜਿੱਥੇ ਸੱਦਾ ਦਿੱਤਾ ਗਿਆ ਸੀਗਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ, ਜਿਸ ਦੇ ਵਿੱਚ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਹੋਰ ਵੀ ਕਾਫੀ ਸਾਰੇ ਜਿਹੜੇ ਦਿੱਗਜ ਆਗੂ ਸੀਗੇ ਉੱਥੇ ਇਕੱਠੇ ਹੋਏ ਆ। ਕਿਸਾਨ ਬੁੱਧੀਜੀਵੀ ਮਾਹਰ ਇਕੱਠੇ ਹੋਏ ਆ, ਜਿੱਥੇ ਇਹ ਸਵਾਲ ਕੀਤਾ ਗਿਆ ਸੀ ਕਿ ਨਵੀਂ ਖੇਤੀ ਬਣਾਉਣੀ ਆ, ਜਿਹੜੀ ਖੇਤੀ ਨੀਤੀ ਬਣਾਉਣੀ ਆ, ਉਹਦੇ ਵਿੱਚ ਤੁਹਾਡੇ ਕੀ ਸੁਝਾਅ ਹੋ ਸਕਦੇ ਆ। ਤਾਂ ਉਹ ਇੱਕ ਬਹੁਤ ਵੱਡੇ ਜਿਹੜਾ ਆ ਪੁਲੰਦਾ ਹੀ ਸੀਗਾ ਸਵਾਲਾਂ ਦਾ ਜਿਹੜਾ ਉੱਥੇ ਸਰਕਾਰ ਨੂੰ ਦਿੱਤਾ ਗਿਆ ਆ। ਤਾਂ ਹੁਣ ਇਹ ਜਿਹੜੇ ਸੁਝਾਅ ਮਿਲੇ ਆ, ਇਹ ਸੁਝਾਅ ਮਿਲਣ ਤੋਂ ਬਾਅਦ ਇਸ ਖੇਤੀ ਨੀਤੀ ਲਈ ਜਿਹੜੀ ਵੰਨ-ਸੁਵੰਨਤਾ ਆ, ਕਿਸਾਨਾਂ ਦੀ ਆਮਦਨੀ 'ਚ ਵਾਧੇ ਦੀ ਬਾਰੇ ਨੀਤੀ ਤਿਆਰ ਕਰਨ ਵਿੱਚ ਕੋਈ ਵੱਡੀ ਅੜਚਨ ਜਿਹੜੀ ਹੈ ਉਹ ਸਾਹਮਣੇ ਨਹੀਂ ਆਊਗੀ। ਵੱਡੀ ਚੁਣੌਤੀ ਬਿਜਲੀ ਸਬਸਿਡੀ ਬਣਦੀ ਪਈ ਹੈ। ਕਾਰਨ ਬਿਜਲੀ ਸਬਸਿਡੀ ਆ ਕਿਉਂਕਿ ਬਿਜਲੀ ਤਾਂ ਅਸੀਂ ਸਰਕਾਰ ਜਿਹੜੀ ਉਹ ਪਹਿਲਾਂ ਹੀ ਮਹਿੰਗੇ ਭਾਅ ਲੈ ਕੇ ਜਿਹੜੀ ਆ ਉਹ ਕਿਸਾਨਾਂ ਨੂੰ ਦੇ ਰਹੀ ਆ, ਲੋਕਾਂ ਨੂੰ ਮੁਫਤ ਦੇ ਰਹੀ ਆ। ਪੰਜਾਬ ਦੇ ਵਿੱਚ ਹੁਣ 300 ਯੂਨਿਟ ਜਿਹੜੀ ਬਿਜਲੀ ਫ੍ਰੀ ਸੀ ਜਾਂ ਫਿਰ ਘਰਾਂ ਦੇ ਵਿੱਚ ਹੁਣ ਜ਼ੀਰੋ ਬਿੱਲ ਜਿਹੜੇ ਆ ਉਹ ਆ ਰਹੇ ਆ। ਤਾਂ ਇਸ ਕਰਕੇ ਜੋ ਸਥਿਤੀ ਬਣੀ ਹੋਈ ਹੈ ਉਹਦੇ ਕਰਕੇ ਮੈਨੂੰ ਲੱਗਦਾ ਹੈ ਕਿ ਕਿਤੇ ਇਹ ਅੜਚਣ ਵਾਲੀ ਗੱਲ ਜ਼ਰੂਰ ਬਣਦੀ ਪਈ ਹੈ। ਬੇਸ਼ੱਕ ਨਵੀਂ ਖੇਤੀ ਨੀਤੀ 'ਚ ਧਰਤੀ ਹੇਠਲਾ ਪਾਣੀ ਬਚਾਉਣ 'ਤੇ ਧਿਆਨ ਕੇਂਦਰਿਤ ਹੈ, ਜਿਸ ਦਾ ਮਤਲਬ ਇਹ ਹੈ ਕਿ ਕਿਸਾਨਾਂ ਨੂੰ ਕਣਕ ਤੇ ਝੋਨੇ ਦੇ ਗੇੜ ਦੇ ਵਿੱਚੋਂ ਬਾਹਰ ਕੱਢਣਾ ਪਊਗਾ। ਫਸਲ ਵਿਗਿਆਨੀ ਡਾਕਟਰ ਗੁਰਦੇਵ ਸਿੰਘ ਖੁਸ਼ ਨੇ 23 ਮਾਰਚ ਨੂੰ ਖੇਤੀ ਮਾਹਰਾਂ ਦੀ ਮੀਟਿੰਗ ਦੇ ਵਿੱਚ ਸੁਝਾਅ ਦਿੱਤਾ ਸੀ ਕਿ ਮੁਫਤ ਬਿਜਲੀ ਦੀ ਸਹੂਲਤ ਜ਼ਮੀਨ ਹੇਠਲਾ ਪਾਣੀ ਮੁਕਾਉਣ ਦੇ ਵਿੱਚ ਮੋਹਰੀ ਬਣੀ ਹੋਈ ਹੈ। ਕਾਂਗਰਸ ਸਰਕਾਰ ਸਮੇਂ ਕਿਸਾਨ ਤੇ ਖੇਤ ਮਜ਼ਦੂਰ ਕਮਿਸ਼ਨ ਨੇ ਖੇਤੀ ਨੀਤੀ ਦੀ ਡਰਾਫਟ ਪਾਲਿਸੀ 2018 ਦੇ ਵਿੱਚ 10 ਏਕੜ ਦੀ ਮਾਲਕੀ ਵਾਲੇ ਤੇ ਆਮਦਨ ਕਰ ਦੇਣ ਵਾਲੇ ਕਿਸਾਨਾਂ ਨੂੰ ਮੁਫਤ ਬਿਜਲੀ ਦੀ ਸਹੂਲਤ
ਬੰਦ ਕਰਨ ਦੀ ਸਿਫਾਰਿਸ਼ ਕੀਤੀ ਸੀ। ਪੰਜਾਬ ਵਿੱਚ ਇਸ ਵੇਲੇ ਕੋਈ 14.5 ਲੱਖ ਟਿਊਬਲ ਕਨੈਕਸ਼ਨ ਤੇ ਖਰੀਫ ਦੀ ਫਸਲ ਲਈ 87% ਰਕਬਾ ਜਿਹੜਾ ਆ ਉਹ ਝੋਨੇ ਦੇ ਥੱਲੇ ਹੈ। ਵੇਰਵਿਆਂ ਅਨੁਸਾਰ 1.83 ਲੱਖ ਕਿਸਾਨਾਂ ਕੋਲੇ ਇੱਕ ਤੋਂ ਜ਼ਿਆਦਾ ਕਨੈਕਸ਼ਨ ਹੈ, ਜਦੋਂ ਕਿ 1.42 ਲੱਖ ਕਿਸਾਨਾਂ ਕੋਲੇ 2 ਟਿਊਬਲ ਕਨੈਕਸ਼ਨ ਨੇ। 3 ਕਨੈਕਸ਼ਨਾਂ ਵਾਲੇ ਕਿਸਾਨਾਂ ਦਾ ਅੰਕੜਾ ਕਰੀਬ 29,000 ਹੈ, ਜਦੋਂ ਕਿ 4 ਜਾਂ 4 ਤੋਂ ਜ਼ਿਆਦਾ ਕਨੈਕਸ਼ਨਾਂ ਵਾਲੇ ਕਿਸਾਨਾਂ ਦੀ ਗਿਣਤੀ 10,000 ਦੇ ਕਰੀਬ ਬਣਦੀ ਹੈ। ਇਸ ਤਰ੍ਹਾਂ 1 ਤੋਂ ਜ਼ਿਆਦਾ ਕਨੈਕਸ਼ਨਾਂ ਵਾਲੇ ਕਿਸਾਨਾਂ ਲਈ ਕੁੱਲ ਸਬਸਿਡੀ ਦਾ ਕਰੀਬ 28% ਦੀ ਹਿੱਸਾ ਜਿਹੜਾ ਆ ਉਹ ਲੈ ਰਿਹਾ। ਹੁਣ ਗੱਲ ਕਰਦੇ ਹਾਂ ਕਿ 1997 ਤੋਂ ਲੈ ਕੇ 2022 ਤੱਕ ਪੰਜਾਬ ਸਰਕਾਰ ਕੁੱਲ 1 ਲੱਖ ਕਰੋੜ ਦੀ ਬਿਜਲੀ ਸਬਸਿਡੀ ਦੇ ਚੁੱਕੀ ਹੈ, ਜਿਸ ਦੇ ਵਿੱਚੋਂ 77,000 ਕਰੋੜ ਦੀ ਬਿਜਲੀ ਸਬਸਿਡੀ ਖੇਤੀ ਸੈਕਟਰ ਦੀ ਬਣਦੀ ਹੈ। ਮਾਹਰਾਂ ਦੀ ਸਲਾਹ ਆ ਕਿ ਧਨਾੜ ਕਿਸਾਨਾਂ ਦੀ ਬਿਜਲੀ ਸਬਸਿਡੀ ਬੰਦ ਕਰਕੇ ਦੂਸਰੇ ਕਿਸਾਨਾਂ ਨੂੰ ਇਹੋ ਪੈਸਾ ਦੇ ਦਿੱਤਾ ਜਾਵੇ ਜਿਨ੍ਹਾਂ ਕੋਲੇ ਕੋਈ ਮੋਟਰ ਕਨੈਕਸ਼ਨ ਨਹੀਂ ਹੈ। ਦੂਸਰਾ ਤਰਕ ਇਹ ਹੈ ਕਿ ਕਿਸਾਨਾਂ ਨੂੰ ਮੌਜੂਦਾ ਬਿਜਲੀ ਸਬਸਿਡੀ ਜਿਹੜੀ ਆ ਨਕਦ ਰੂਪ ਵਿੱਚ ਦਿੱਤੀ ਜਾਵੇ ਤੇ ਮੋਟਰਾਂ ਦੇ ਬਿੱਲ ਜਿਹੜੇ ਆ ਖੁਦ ਕਿਸਾਨ ਭਰਨ। ਇਸ ਨਾਲ ਜਿੱਥੇ ਕਿਸਾਨ ਬਿਜਲੀ ਤੇ ਪਾਣੀ ਸੰਜਮ ਨਾਲ ਵਰਤਣਗੇ, ਉੱਥੇ ਨਗਦ ਪੈਸੇ ਦੇ ਕੇ ਕੁਝ ਬਚਤ ਵੀ ਕਰ ਲੈਣਗੇ। ਸਰਕਾਰੀ ਸੂਤਰ ਦੱਸਦੇ ਨੇ ਕਿ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਕਿਸਾਨ ਧਿਰਾਂ ਦੀ ਰਜ਼ਾਮੰਦੀ ਲਾਜ਼ਮੀ ਹੋਵੇਗੀ। ਉਧਰ ਖੇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਆਖ ਚੁੱਕੇ ਨੇ ਕਿ ਬਿਜਲੀ ਸਬਸਿਡੀ ਬਾਰੇ ਹਾਲੇ ਕੋਈ ਚਰਚਾ ਨਹੀਂ ਹੋਈ ਹੈ ਤੇ ਕਿਸਾਨਾਂ ਤੋਂ ਵੀ ਕੋਈ ਸਹੂਲਤ ਵਾਪਸ ਲੈਣ ਦਾ ਜਿਹੜਾ ਵਿਚਾਰ ਆ ਉਹ ਨਹੀਂ ਹੈ। ਦੇਖਿਆ ਜਾਵੇ ਤਾਂ ਇੱਕ ਪਾਸੇ ਜਿਹੜੀ ਪੰਜਾਬ ਸਰਕਾਰ ਹੈ ਆਖ ਰਹੀ ਹੈ ਕਿ ਜ਼ਮੀਨੀ ਪਾਣੀ ਬਚਾਉਣਾ ਤਰਜੀਹੀ ਹੈ, ਤੇ ਦੂਸਰੇ ਪਾਸੇ ਪੰਜਾਬ ਵਿਧਾਨ ਸਭਾ ਦੀ ਖੇਤੀ ਬਾਰੇ ਦੂਸਰੇ ਪਾਸੇ ਪੰਜਾਬ ਵਿਧਾਨ ਸਭਾ ਦੀ ਖੇਤੀ ਬਾਰੇ ਕਮੇਟੀ ਨੇ ਸਿਫਾਰਿਸ਼ ਕੀਤੀ ਹੈ ਕਿ ਜਦੋਂ ਕਿਸੇ ਕਿਸਾਨ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੀ ਖੇਤੀ ਮੋਟਰ ਇੱਕ ਪੁੱਤ ਕੋਲੇ ਜਾਂਦੀ ਹੈ, ਦੂਸਰੇ ਪੁੱਤਰਾਂ ਨੂੰ ਵੀ ਨਵੇਂ ਮੋਟਰ ਕਨੈਕਸ਼ਨ ਦਿੱਤੇ ਜਾਣੇ ਚਾਹੀਦੇ ਨੇ। ਪੰਜਾਬ ਵਿੱਚ ਨਵੇਂ ਮੋਟਰ ਕਨੈਕਸ਼ਨ 2017 ਤੋਂ ਬੰਦ ਪਏ ਆ। ਹੁਣ ਜਿੱਥੋਂ ਤੱਕ ਸਬਸਿਡੀ ਦਾ ਸਵਾਲ ਹੈ, ਸਬਸਿਡੀ ਇਕੱਲੇ ਪੰਜਾਬ ਨੂੰ ਨਹੀਂ ਮਿਲ ਰਹੀ, ਹੋਰਾਂ ਸੂਬਿਆਂ ਨੂੰ ਵੀ ਮਿਲ ਰਹੀ, ਉਹ 'ਤੇ ਗੱਲ ਕਰਦੇ। ਪਰ ਇੱਥੇ ਇੱਕ ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਧਰਤੀ ਹੇਠਲਾ ਜ਼ਮੀਨੀ ਪਾਣੀ ਦੀ ਅਸੀਂ ਗੱਲ ਕਰਦੇ ਹਾਂ, ਉਹਨੂੰ ਬਚਾਉਣ ਦੀ ਗੱਲ ਆਉਂਦੀ ਹੈ, ਤਾਂ ਇਹ ਬਹੁਤ ਵਧੀਆ ਵੈਸੇ ਵਿੱਚ ਨੁਕਤਾ ਸੀਗਾ ਕਿ ਜੇ ਕਿਸਾਨਾਂ ਨੂੰ ਪੈਸੇ ਦਿੱਤੇ ਜਾਣ ਤਾਂ ਕਿਸਾਨਾਂ ਨੂੰ ਇੱਕ ਗੱਲ ਦਾ ਅਹਿਸਾਸ ਹੋਊਗਾ ਕਿ ਉਹ ਆਖਰ ਕਿੰਨੀ ਬਿਜਲੀ ਵਰਤ ਰਹੇ ਆ, ਕਿਤੇ ਨਜਾਇਜ਼ ਤਾਂ ਨਹੀਂ ਮੋਟਰਾਂ ਚੱਲੀ ਜਾਂਦੀਆਂ, ਕਿਤੇ ਨਜਾਇਜ਼ ਤਾਂ ਨਹੀਂ ਟਿਊਬਲ ਚੱਲਦੇ ਪਏ। ਜਿੱਥੇ ਉਹਨਾਂ ਨੂੰ ਪੈਸਾ ਭਰਨ ਲੱਗਿਆਂ ਸੋਚਣਾ ਪਊਗਾ ਕਿ ਵਾਕਈ ਹੀ ਇੰਨਾ ਪੈਸਾ ਲੱਗਦਾ, ਕਿਉਂਕਿ ਮੁਫਤ ਦੀ ਬਿਜਲੀ ਤਾਂ ਹੁਣ ਇਹ ਵੀ ਗੱਲ ਉੱਭਰ ਕੇ ਆਈ ਸੀ ਕਿ ਬਹੁਤੇ ਕਿਸਾਨ ਅਜਿਹੇ ਆ ਜਿਹੜੇ ਆਪਦੇ ਖੇਤਾਂ ਵਿੱਚ ਨਜਾਇਜ਼ ਹੀ ਮੋਟਰਾਂ ਚਲਾ ਕੇ ਬੈਠੇ ਆ, ਜਿਨ੍ਹਾਂ ਨੇ ਪਾਣੀ ਆਈ ਅਜਾਈ ਡੋਲ ਤਾਂ ਕੋਈ ਟਰੈਕਟਰ ਹੀ ਧੋਈ ਜਾਂਦਾ ਉੱਥੇ ਵਾਰੀ ਕੋਈ ਹੋਰ ਆਪਣੀਆਂ ਕਾਰਾਂ ਗੱਡੀਆਂ ਜਾ ਖੇਤਾਂ ਦੇ ਵਿੱਚ ਲਗਾਤਾਰ ਪਾਣੀ ਛੱਡੀ ਬੈਠੇ ਆ, ਹੋਰ ਨਹੀਂ ਤਾਂ ਰਲ ਮਿਲ ਕੇ ਕਹਿੰਦੇ ਉੱਥੇ ਟਿਊਬਲਾਂ ਦੇ ਉੱਤੇ ਨਹਾਈ ਜਾਂਦੇ ਆ ਲੋਕ, ਹੈ ਨਾ, ਬੁੜੀਆਂ ਲੀੜੇ ਧੋਈ ਜਾਂਦੀਆਂ, ਆਹ ਵੀ ਕੁਛ ਹੋਈ ਜਾਂਦਾ। ਨਜਾਇਜ਼ ਹੁਣ ਮਿਲਿਆ ਨਾ, ਇਹ ਸਥਿਤੀ ਬਣੀ ਹੈ ਕਿਉਂਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਇਹ ਗੱਲਾਂ ਜਿਹੜੀਆਂ ਮੈਂ ਕਹੀ ਜਾਂਦਾ ਇਹ ਆਮ ਜੀਆਂ ਗੱਲਾਂ ਆ, ਇਹ ਸਥਿਤੀ ਬਣੀ ਹੋਈ ਹੈ। ਇਸ ਕਰਕੇ ਜੇ ਇਸ ਨੁਕਤੇ ਦੇ ਮੁਤਾਬਕ ਕਿਸਾਨਾਂ ਨੂੰ ਪੈਸਾ ਦਿੱਤਾ ਜਾਊਗਾ, ਜਦੋਂ ਆਪ ਬਿੱਲ ਭਰਨਗੇ ਨਾ ਤੇ ਉਹਨਾਂ ਨੂੰ ਪਾਣੀ ਦੀ ਬਚਤ ਬਾਰੇ ਵੀ ਪਤਾ ਲੱਗੂਗਾ, ਉਹਨਾਂ ਨੂੰ ਪੈਸੇ ਦੇ ਬਾਰੇ ਵੀ ਪਤਾ ਲੱਗੂਗਾ ਕਿ ਕਿੰਨੀ ਕੀਮਤ ਹੈ ਕਿ ਜਿਹੜੀ ਸਰਕਾਰਾਂ ਨੂੰ ਉਤਾਰਨੀ ਪੈ ਰਹੀ ਹੈ, ਇਸ ਕਰਕੇ ਉਹਨਾਂ ਨੂੰ ਅਹਿਸਾਸ ਹੋਊਗਾ। ਦੂਸਰੀ ਗੱਲ ਹੈ ਕਿ ਪਾਣੀ ਦੇ ਜਿਹੜਾ ਜ਼ਮੀਨ ਦਾ ਪਾਣੀ ਹੈ, ਕਿਉਂਕਿ ਅਸੀਂ ਤਾਂ ਉਹੀ ਕੱਢ ਰਹੇ ਹਾਂ। ਸਾਡੇ ਇੱਥੇ ਇੱਕ ਇਹ ਵੀ ਗੱਲ ਆਈ ਸੀ ਕਿ ਪੰਜਾਬ ਜਿਹੜਾ ਹੈ ਨਹਿਰੀ ਪਾਣੀ ਵਰਤਣ ਦੇ ਮਾਮਲੇ ਵਿੱਚ ਫਾਡੀ ਹੈ, ਹਰਿਆਣਾ ਸਾਥੋਂ ਵੱਧ ਪਾਣੀ ਵਰਤ ਰਿਹਾ, ਰਾਜਸਥਾਨ ਸਾਡੇ ਹੀ ਦਰਿਆਵਾਂ ਦਾ ਪਾਣੀ ਵੱਧ ਵਰਤ ਰਿਹਾ, ਪਰ ਪੰਜਾਬ ਉਸ ਮਾਮਲੇ ਵਿੱਚ ਹੈ ਨਹੀਂ, ਕਿਉਂਕਿ ਮੁਫਤ ਬਿਜਲੀ ਦੀ ਸਹੂਲਤ ਵਾਸਤੇ ਵੀ ਰੂਲ ਐਂਡ ਰੈਗੂਲੇਸ਼ਨ ਬਣਾਉਣੀ ਚਾਹੀਦੀ ਸੀ ਸਰਕਾਰ ਨੂੰ। ਪਰ ਸਰਕਾਰਾਂ ਕਈ ਵਾਰੀ ਇਹ ਦੇਖ ਲੈਂਦੀਆਂ ਕਿ ਕਿਤੇ ਇਹ ਨਾ ਹੋਵੇ ਕਿ ਸਾਡੀ ਪਾਰਟੀ ਹੁਣ ਸੱਤਾ ਵਿੱਚ ਆਈ ਆ ਜਾਂ ਸੱਤਾ ਵਿੱਚ ਆਉਣਾ ਆ ਤੇ ਕਿਤੇ ਇਹ ਨਾ ਹੋਵੇ ਕਿ ਵਿਰੋਧ ਹੋਣਾ ਸ਼ੁਰੂ ਹੋ ਜਾਵੇ। ਇਹਨਾਂ ਚੀਜ਼ਾਂ ਤੋਂ ਕਈ ਵਾਰੀ ਬਚਦਿਆਂ ਸਰਕਾਰਾਂ ਵੀ ਦਬ ਜਾਂਦੀਆਂ, ਸਰਕਾਰਾਂ ਵੀ ਇਸ ਮੁੱਦੇ ਦੇ ਉੱਤੇ ਖੁੱਲ੍ਹ ਕੇ ਫਿਰ ਕੁਛ ਕਹਿ ਨਹੀਂ ਸਕਦੀਆਂ, ਜਿਵੇਂ ਕਿ ਹੁਣ ਵੀ ਇਹ ਗੱਲ ਕੀਤੀ ਜਾ ਰਹੀ ਹੈ ਕਿ ਨਹੀਂ ਕਿਸਾਨਾਂ ਕੋਲੋਂ ਕੁਲਦੀਪ ਸਿੰਘ ਧਾਲੀਵਾਲ ਜਿਹੜੇ ਖੇਤੀ ਮੰਤਰੀ ਉਹ ਕਹਿੰਦੇ ਆ ਜੀ ਕੋਈ ਸਹੂਲਤ ਵਾਪਸ ਲੈਣ ਦਾ ਇਰਾਦਾ ਨਹੀਂ ਹੈ। ਪਰ ਗੱਲ ਜਿਹੜੀ ਸੀਗੀ ਉਹ ਧਨਾੜ ਕਿਸਾਨਾਂ ਦੀ ਆ ਰਹੀ ਸੀਗੀ। ਚਲੋ ਆਮ ਕਿਸਾਨਾਂ ਕੋਲ ਇਹ ਸਹੂਲਤ ਜਿਹੜੀ ਆ ਉਹ ਵਾਪਸ ਨਾ ਲਈ ਜਾਵੇ, ਪਰ ਜਿਹੜੇ ਧਨਾੜ ਆ ਜਿਹੜੇ ਪਹਿਲਾਂ ਹੀ ਲੱਖਾਂ ਪਤੀ ਹੈ ਉਹਨਾਂ ਦੇ ਕੋਲੋਂ ਜੇ ਸਹੂਲਤ ਤੁਸੀਂ ਵਾਪਸ ਲੈਣੇ ਹੋ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ, ਕਿਉਂਕਿ
ਆਪਦੀ ਖੇਤੀ ਵਿੱਚੋਂ ਉਹਨਾਂ ਨੂੰ ਤਾਂ ਇਹੋ ਜਿਹਾ ਲਾਹਾ ਮਿਲ ਹੀ ਰਿਹਾ ਆ। ਹਾਂ, ਖੁਦਾ ਨਾ ਖਾਸਤਾ ਜੇ ਕੋਈ ਕੁਦਰਤੀ ਆਫਤ ਦੇ ਉਹ ਵੀ ਸ਼ਿਕਾਰ ਹੁੰਦੇ ਆ, ਫਿਰ ਭਾਵੇਂ ਉਹਨਾਂ ਨਾਲ ਰਹਿਤ ਜਿਹੜੀ ਆ ਉਹ ਕੀਤੀ ਜਾ ਸਕਦੀ ਹੈ। ਮੈਂ ਕਿਹਾ ਸੀ ਕਿ ਦੇਸ਼ ਦੇ ਹੋਰਨਾਂ ਸੂਬਿਆਂ ਦੇ ਵਿੱਚ ਵੀ ਸਬਸਿਡੀ ਜਿਹੜੀ ਹੈ ਬਿਜਲੀ ਦੀ ਮਿਲਦੀ ਹੈ, ਤਾਂ ਦੇਸ਼ ਦੇ 7 ਸੂਬਿਆਂ ਵਿੱਚ ਇਸ ਵੇਲੇ ਕਿਸਾਨਾਂ ਨੂੰ ਬਿਜਲੀ ਸਬਸਿਡੀ ਦਿੱਤੀ ਜਾ ਰਹੀ ਹੈ, ਜਦੋਂ ਕਿ 1996 ਵਿੱਚ ਪਹਿਲੀ ਵਾਰ ਤਤਕਾਲੀ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੇ ਮੁਫਤ ਬਿਜਲੀ ਦਾ ਐਲਾਨ ਕੀਤਾ ਸੀ, ਤਾਂ 7 ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨਾਂ ਨੂੰ ਇਹ ਸਹੂਲਤ ਦੇਣ ਦਾ ਫੈਸਲਾ ਕੀਤਾ ਗਿਆ ਸੀ। ਉਸ ਮਗਰੋਂ ਅਕਾਲੀ ਭਾਜਪਾ ਸਰਕਾਰ ਨੇ ਸਭ ਸ਼ਰਤਾਂ ਹਟਾ ਦਿੱਤੀਆਂ। ਕਰਨਾਟਕਾ ਸਰਕਾਰ ਵੱਲੋਂ 10 ਹਾਰਸ ਪਾਵਰ ਲੋਡ ਵਾਲੇ ਕਨੈਕਸ਼ਨਾਂ ਦੇ ਉੱਤੇ ਬਿਜਲੀ ਸਬਸਿਡੀ ਦਿੱਤੀ ਜਾ ਰਹੀ ਹੈ, ਜਦੋਂ ਕਿ ਮੱਧ ਪ੍ਰਦੇਸ਼ ਸਰਕਾਰ ਵੱਲੋਂ SC ST ਕਿਸਾਨ ਜਿਨ੍ਹਾਂ ਦੇ ਕੋਲੇ 1 ਹੈਕਟੇਅਰ ਜ਼ਮੀਨ ਦੀ ਮਾਲਕੀ ਹੈ ਤੇ 5 ਹਾਰਸ ਪਾਵਰ ਦੀ ਮੋਟਰ ਨੂੰ ਬਿਜਲੀ ਸਬਸਿਡੀ ਜਿਹੜੀ ਆ ਉਹ ਦਿੱਤੀ ਜਾ ਰਹੀ ਹੈ। ਆਂਧਰਾ ਪ੍ਰਦੇਸ਼ ਤੇ ਤਾਮਿਲਨਾਡੂ ਵੱਲੋਂ ਵੀ ਸਾਰੇ ਕਿਸਾਨਾਂ ਨੂੰ ਬਿਜਲੀ ਸਬਸਿਡੀ ਦਿੱਤੀ ਜਾ ਰਹੀ ਹੈ, ਜਦੋਂ ਕਿ ਤੇਲੰਗਾਨਾ ਵੱਲੋਂ ਕਾਰਪੋਰੇਟ ਕਿਸਾਨਾਂ ਤੋਂ ਇਲਾਵਾ ਬਾਕੀਆਂ ਨੂੰ ਸਬਸਿਡੀ ਦਿੱਤੀ ਜਾ ਰਹੀ ਹੈ। ਫਿਲਹਾਲ ਬਾਕੀ ਸੂਬਿਆਂ ਨੂੰ ਮਿਲਦੀ ਪਈ ਹੈ, ਜੇ ਪੰਜਾਬ ਨੂੰ ਮਿਲ ਵੀ ਰਹੀ ਹੈ ਤੇ ਜਿਹੜੇ ਲੋਕ ਕਿਸਾਨਾਂ ਨੂੰ ਬਿਜਲੀ ਦੇਣ ਦੇ ਮੁੱਦਿਆਂ ਉੱਤੇ ਬੋਲਦੇ ਆ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਆ ਕਿ ਕਿਸਾਨ ਹਜੇ ਪੰਜਾਬ ਦੇ ਓਡੇ ਕਾਮਯਾਬ ਨਹੀਂ ਹੋਏਗੇ। ਚੰਦ ਧਨਾੜ ਕਿਸਾਨਾਂ ਨੂੰ ਛੱਡ ਕੇ ਆਮ ਕਿਸਾਨਾਂ ਨੂੰ ਤਾਂ ਰਾਹਤ ਦੀ ਲੋੜ ਹੈ, ਸਹੂਲਤ ਦੀ ਲੋੜ ਹੈ, ਮਦਦ ਦੀ ਲੋੜ ਹੈ। ਬਿਜਲੀ ਦੇ ਪੱਖੋਂ ਹੀ ਭਾਵੇਂ ਹੋਵੇ ਕਿ ਉਹਨਾਂ ਨੂੰ ਸਬਸਿਡੀ ਮਿਲ ਰਹੀ ਹੈ, ਮੁਫਤ ਬਿਜਲੀ ਮਿਲ ਰਹੀ ਹੈ, ਜਾਂ ਫਿਰ ਅਸੀਂ ਇਹ ਕਹਿ ਲਈਏ ਕਿ ਖਾਸ ਤੌਰ ਦੇ ਉੱਤੇ ਜੇ ਅਮੀਰ ਕਿਸਾਨਾਂ ਦੇ ਬਾਰੇ ਵੀ ਜੇ ਸਰਕਾਰ ਹੁਣ ਨਵੀਂ ਖੇਤੀ ਨੀਤੀ ਵਿੱਚ ਗੱਲ ਲਿਆਵੇ ਤਾਂ ਜਿਸ ਤਰੀਕੇ ਨਾਲ ਇੱਕ ਲਿਮਟ ਹੁੰਦੀ ਹੈ ਨਾ ਵੀ ਇੰਨੀ ਕੁ ਜ਼ਮੀਨ ਤੱਕ ਨੂੰ ਤਾਂ ਆਪਾਂ ਫਰੀ ਦੇਣੀ ਹੈ, ਇਦੋਂ ਵੱਧ ਵਾਲੀ ਜ਼ਮੀਨ ਨੂੰ ਆਪਾਂ ਫਰੀ ਨਹੀਂ ਦੇਣੀ। ਉਮੀਦ ਕੀਤੀ ਜਾ ਸਕਦੀ ਹੈ ਕਿ ਸਬਸਿਡੀ ਦੇਣ ਦੇ ਬਾਰੇ ਵਿੱਚ ਜਾਂ ਫਿਰ ਬਿਜਲੀ ਮੁਫਤ ਦੇਣ ਦੇ ਬਾਰੇ ਵਿੱਚ ਕਿ ਨਵੀਂ ਖੇਤੀ ਨੀਤੀ ਵਿੱਚ, ਜਿੱਥੇ ਕਿ ਹੁਣ ਉਹ ਬਿਜਲੀ ਹੀ ਇੱਕ ਮੁੱਦਾ ਅੜਚਨ ਬਣਦੀ ਪਈ ਹੈ, ਹੋਰ ਕੋਈ ਅੜਚਨ ਨਹੀਂ ਬਣਦੀ ਪਏਗੀ, ਤਾਂ ਆਉਣ ਵਾਲੇ ਦਿਨਾਂ 'ਚ ਪਤਾ ਲੱਗ ਜਾਊਗਾ ਕਿ ਸੱਚਮੁੱਚ ਹੀ ਧਨਾੜ ਕਿਸਾਨਾਂ ਨੂੰ ਵੀ ਬਾਕੀ ਕਿਸਾਨਾਂ ਵਾਂਗੂ ਹੀ ਫਰੀ ਦਿੱਤੀ ਜਾ ਰਹੀ ਆ ਕਿ ਉਹਨਾਂ ਦੇ ਵਿੱਚ ਕੋਈ ਫਰਕ ਰੱਖਿਆ ਜਾ ਰਿਹਾ ਹੈ। ਸੋ ਦੋਸਤੋ, ਇਹ ਸੀ 2 ਖਬਰਾਂ ਜਿਨ੍ਹਾਂ ਦੇ ਉੱਤੇ ਗੱਲਬਾਤ ਕੀਤੀ। ਕਿੱਦਾਂ ਲੱਗਦੇ ਨੇ ਸਾਡੇ ਪ੍ਰੋਗਰਾਮ, ਸਾਨੂੰ ਜ਼ਰੂਰ ਦੱਸਿਆ ਕਰੋ। ਇੱਥੇ ਹੀ ਸਮਾਪਤੀ ਕਰਦੇ ਹਾਂ। ਕੈਮਰਾ ਪਰਸਨ ਜਸ਼ਨਦੀਪ ਦੇ ਨਾਲ ਕਮਲਜੀਤ ਸਿੱਧੂ ਦਾ ਪੰਜਾਬ ਟਾਕਸ ਚੈਨਲ। ਤੁਹਾਡੀਆਂ ਗੱਡੀਆਂ ਲਈ ਕਿਸੇ ਵੀ ਤਰ੍ਹਾਂ ਦੀ ਮੁਰੰਮਤ ਜਾਂ 4 ਵੀਲਰ ਹੈਲਪਲਾਈਨ ਜੇਕਰ ਤੁਸੀਂ ਭਾਲ ਰਹੇ ਹੋ ਤਾਂ ਸੰਪਰਕ ਕਰੋ ਤੁਹਾਡੇ ਆਪਣੇ ਸ਼ਹਿਰ ਵਿਨੀਪੈਗ 'ਚ ਟਾਊਨ ਆਟੋ ਬਾਡੀ ਵਿਖੇ। ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਸ਼ਮਸ਼ੇਰ ਸਿੰਘ, ਟਾਊਨ ਆਟੋ ਬਾਡੀ ਤੋਂ। ਰੱਬ ਨਾ ਕਰੇ ਤੁਹਾਡੀ ਗੱਡੀ ਨੂੰ ਕੁਝ ਹੋ ਜਾਂਦਾ ਵਾ ਤੇ ਤੁਸੀਂ ਸਿੱਧਾ ਟਾਊਨ ਆਟੋ ਬਾਡੀ ਤੇ ਆਓ। ਅਸੀਂ ਇੱਥੇ ਇਹ ਸਾਡੀ ਜਿਹੜੀ ਸ਼ਾਪ ਹੈਗੀ ਡਾਇਰੈਕਟ ਰਿਪੇਅਰ ਸ਼ਾਪ ਹੈਗੀ ਆ। ਅਸੀਂ ਆਪਣੇ ਆਪ ਹੀ ਐਮਪੀਏ ਨੂੰ ਕਾਲ ਕਰਕੇ ਤੁਹਾਡੀ ਗੱਡੀ ਦਾ ਕਲੇਮ ਖੋਲ੍ਹ ਦਿੰਦੇ ਹਾਂ ਤੇ ਤੁਹਾਡੀ ਗੱਡੀ ਦਾ ਐਸਟੀਮੇਟ ਬਣਾ ਕੇ ਐਮਪੀਏ ਨੂੰ ਭੇਜ ਦਿੰਦੇ ਹਾਂ। ਕੋਈ ਵੀ ਤੁਹਾਡੀ ਗੱਡੀ ਤੇ ਸਕ੍ਰੈਚ, ਡੈਂਟ ਜਾਂ ਕੋਈ ਤੁਹਾਡੀ ਗੱਡੀ ਦੇ ਕੋਈ ਸ਼ੀਸ਼ੇ ਤੋੜ ਗਿਆ ਵਾ, ਤੁਸੀਂ ਸਾਨੂੰ ਕਾਲ ਕਰੋ, ਅਸੀਂ ਆਪਣੇ ਆਪ ਹੀ ਗਲਾਸ ਕਲੇਮ ਖੋਲ੍ਹ ਲੈਂਦੇ। ਇਹ ਸ਼ਾਪ ਜਿਹੜੀ ਆ ਇਹ ਐਮਪੀਏ ਦੀ ਕ੍ਰੈਡਿਟ ਸ਼ਾਪ ਹੈਗੀ ਆ ਵਾ। ਅਸੀਂ ਸਿੱਧੀ ਡਾਇਰੈਕਟ ਬਿਲਿੰਗ ਕਰਦੇ ਹਾਂ ਐਮਪੀਏ ਨੂੰ। ਇੱਥੇ ਅਸੀਂ ਆਪ ਹੀ ਗਲਾਸ ਕਲੇਮ ਵੀ ਖੋਲ੍ਹਦੇ ਹਾਂ। ਤੁਹਾਨੂੰ ਗਲਾਸ ਕਲੇਮ ਖੋਲ੍ਹਣ ਦੀ ਫੋਨ ਦੀ ਲੋੜ ਨਹੀਂ ਹੈਗੀ, ਅਸੀਂ ਆਪਣੇ ਆਪ ਇੱਥੇ ਗਲਾਸ ਕਲੇਮ ਖੋਲ੍ਹਦੇ। ਜਦੋਂ ਤੱਕ ਤੁਹਾਡੀ ਗੱਡੀ ਇੱਥੇ ਸ਼ਾਪ 'ਤੇ ਰਹੂਗੀ ਉਦੋਂ ਤੱਕ ਅਸੀਂ ਕਾਰ ਰੈਂਟਲ ਵੀ ਦੇਵਾਂਗੇ। ਵੈਨਾਂ, ਟਰੱਕ, SUV ਕੋਈ ਵੀ ਤੁਹਾਨੂੰ ਕਾਰ ਰੈਂਟਲ ਵੀ ਚਾਹੀਦੀ ਹੋਈ ਅਸੀਂ ਕਾਰ ਰੈਂਟਲ ਵੀ ਤੁਹਾਨੂੰ ਦੇਵਾਂਗੇ। ਆਪਣੀ ਸ਼ਾਪ ਲੋਕੇਸ਼ਨ ਹੈਗੀ ਹੈ 64 ਸਾਲਟਰ ਸਟਰੀਟ ਵਿਨੀਪੈਗ ਦੇ ਵਿੱਚ। ਜਿਵੇਂ ਤੁਹਾਨੂੰ ਪਤਾ ਹੀ ਹੈ ਸਨੋ ਆ ਰਹੀ ਹੈ ਵਿਨੀਪੈਗ ਦੇ ਵਿੱਚ, ਉਵੇਂ ਤੁਹਾਡੇ ਲਈ ਅਸੀਂ ਵਿੰਟਰ ਟਾਇਰ ਪ੍ਰੋਗਰਾਮ ਲੈ ਕੇ ਆਏ। ਐਮਪੀਏ ਦਾ ਵਿੰਟਰ ਟਾਇਰ ਪ੍ਰੋਗਰਾਮ ਆ, ਉਹਦੇ ਵਿੱਚ $2000 ਤੱਕ ਤੁਹਾਨੂੰ ਐਮਪੀ ਹੀ ਲੋਨ ਦਿੰਦੀ ਆ। ਵਿੰਟਰ ਟਾਇਰ ਪ੍ਰੋਗਰਾਮ ਵਿੱਚ ਅਲੋਏ ਵੀਲਸ, ਟਾਇਰ ਅਲਾਈਨਮੈਂਟ ਤੁਸੀਂ ਕਰਵਾ ਸਕਦੇ ਹੋ। ਕੋਈ ਵੀ ਤੁਹਾਨੂੰ ਜਾਣਕਾਰੀ ਦੀ ਲੋੜ ਆ ਤੁਸੀਂ ਸਾਨੂੰ ਜਦੋਂ ਮਰਜ਼ੀ ਫੋਨ ਕਰ ਲਓ 2044211300 ਤੇ, ਜਾਂ ਤੁਸੀਂ ਸਾਡੀ ਵੈਬਸਾਈਟ ਤੇ ਜਾ ਲਓ www.townautobody.ca। ਉਹਦੇ ਵਿੱਚ ਤੁਸੀਂ 24/7 ਲਾਈਵ ਚੈਟ ਤੁਸੀਂ ਏਜੰਟ ਦੇ ਨਾਲ ਕਰ ਸਕਦੇ ਹੋ। ਥੈਂਕ ਯੂ। ਹਾਂਜੀ, ਸਤਿ ਸ੍ਰੀ ਅਕਾਲ ਜੀ। ਮੇਰੀ ਗੱਡੀ ਦਾ ਇੱਥੇ ਇੱਕ ਡੈਂਟ ਜਿਹਾ ਪੈ ਗਿਆ ਸੀਗਾ। ਉਸ ਤੋਂ ਬਾਅਦ ਮੈਂ ਇਹਨਾਂ ਕੋਲ ਟਾਊਨ ਆਟੋ ਬਾਡੀ ਵਾਲਿਆਂ ਕੋਲ ਆਇਆ ਤੇ MPI ਤੋਂ ਕਲੇਮ ਲੈਣ ਤੋਂ ਬਾਅਦ ਇਹਨਾਂ ਕੋਲ ਗੱਡੀ ਆਪਾਂ ਨੇ ਰੱਖ ਦਿੱਤੀ ਤੇ ਥੋੜੀ ਦਿਨਾਂ ਦੇ ਵਿੱਚ ਇਹਨਾਂ ਨੇ ਗੱਡੀ ਮੇਰੀ ਪੂਰੀ ਚੰਗੀ ਤਰ੍ਹਾਂ ਮੁਕੰਮਲ ਕਰਕੇ ਸਹੀ ਕਰਕੇ ਦੇ ਦਿੱਤੀ ਹੈ। ਤੇ ਨਾਲ ਦੀ ਨਾਲ ਇਹਨਾਂ ਨੇ ਗੱਡੀ ਦੀ ਮੇਰੀ ਦੀ ਡਿਟੇਲਿੰਗ ਵੀ ਕਰਤੀ, ਧੋਤੀ ਤੇ ਗੱਡੀ ਪੂਰੀ ਲਿਸ਼ਕਾਤੀ ਤੇ ਬਹੁਤ ਵਧੀਆ ਜਿਹੜੀ ਆ ਕਸਟਮਰ ਸਰਵਿਸ ਵੀ ਦਿੰਦੇ ਨੇ। ਤੇ ਜੇਕਰ ਤੁਹਾਨੂੰ ਉਸ ਟਾਈਮ ਤੇ ਜੇਕਰ ਤੁਹਾਡੀ ਗੱਡੀ ਖਰਾਬ ਹੋਈ ਹੈ ਤੇ ਕੋਈ ਰੈਂਟਲ ਗੱਡੀ ਤੁਸੀਂ ਚਲਾਉਣ ਨੂੰ ਲੈਣੀ ਹੈ ਤੇ ਉਹ ਵੀ ਜਿਹੜੀ ਹੈ ਤੁਹਾਨੂੰ ਪ੍ਰੋਵਾਈਡ ਕਰ ਦਿੰਦੇ ਨੇ। ਮੈਂ ਤੁਹਾਨੂੰ ਹਾਈਲੀ ਰਿਕਮੈਂਡ ਕਰਾਂਗਾ ਵਿਨੀਪੈਗ ਏਰੀਆ ਦੇ ਵਿੱਚ ਜਾਂ ਤੁਸੀਂ ਕਿਸੇ ਹੋਰ ਲਾਗ ਪਾਸ ਦੇ ਏਰੀਆ ਦੇ ਵਿੱਚ ਤੁਹਾਡੀ ਗੱਡੀ ਆ ਖਰਾਬ ਹੁੰਦੀ ਹੈ
ਤੁਸੀਂ ਇਹਨਾਂ ਕੋਲ ਪਹੁੰਚੋ ਤੇ ਬਹੁਤ ਹੀ ਵਧੀਆ ਸਰਵਿਸ ਤੇ ਜਲਦੀ ਜਿਹੜੀ ਤੁਹਾਨੂੰ ਆ ਤੁਹਾਡੀ ਗੱਡੀ ਚਲਦੀ ਕਰਕੇ ਦੇ ਦਿੰਦੇ ਨੇ। ਥੈਂਕ ਯੂ ਜੀ। ਸਰਵਿਸ ਦਾ ਲਾਭ ਉਠਾਉਣ ਲਈ ਹੁਣੇ ਕੰਟੈਕਟ ਕਰੋ ਟਾਊਨ ਆਟੋ ਬਾਡੀ 64 ਸੈਲਟਰ ਸਟਰੀਟ ਵਿਨੀਪੈਗ MB ਕੈਨੇਡਾ ਮੈਨੀਟੋਬਾ। ਸਾਡਾ ਕੰਟੈਕਟ ਨੰਬਰ ਹੈ +1204 421 1300। ਜਦੋਂ US ਅਤੇ ਕੈਨੇਡਾ ਵਿਚਕਾਰ ਸਰਹੱਦ ਪਾਰ ਸ਼ਿਪਿੰਗ ਦੀ ਗੱਲ ਆਉਂਦੀ ਹੈ ਤਾਂ ਤੁਹਾਨੂੰ ਲੋੜ ਹੈ ਅਜਿਹੀ ਕੰਪਨੀ ਦੀ ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜਿਸ ਕੋਲ ਕੰਮ ਨੂੰ ਸਹੀ ਢੰਗ ਨਾਲ ਕਰਨ ਲਈ ਅਨੁਭਵ, ਮੁਹਾਰਤ ਅਤੇ ਸਰੋਤ ਹੋਣ। ਤੁਹਾਨੂੰ ਲੋੜ ਹੈ ਫੋਰਟਰੈਕਸ ਦੀ। ਉੱਤਰੀ ਅਮਰੀਕਾ ਵਿੱਚ ਪ੍ਰਮੁੱਖ ਕ੍ਰਾਸ ਬਾਰਡਰ ਟਰੱਕਿੰਗ ਲਈ ਸਭ ਤੋਂ ਭਰੋਸੇਮੰਦ ਅਤੇ ਤਜਰਬੇਕਾਰ ਕੰਪਨੀ। ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਫੋਰਟਰੈਕਸ, ਤੁਹਾਡੀ ਆਪਣੀ ਨਾਰਥ ਅਮਰੀਕਾ ਵਾਈਡ ਕੰਪਨੀ। ਫੋਰਟਰੈਕਸ ਤੁਹਾਨੂੰ ਪ੍ਰੋਵਾਈਡ ਕਰਦੀ ਹੈ ਕੈਨੇਡਾ ਵਾਈਡ ਅਤੇ ਕ੍ਰਾਸ ਬਾਰਡਰ ਟਰਾਂਸਪੋਰਟ ਸਰਵਿਸਿਜ਼, ਜਿੱਥੇ ਕਿ ਡੈਡੀਕੇਟਿਡ ਰਨਸ ਕੈਲੀਫੋਰਨੀਆ ਤੇ ਟੈਕਸਸ ਦੇ ਨਾਲ ਕੈਨੇਡਾ ਵਾਈਡ ਫਲੈਕਸੀਬਲ ਵਰਕ ਵੀ ਪ੍ਰੋਵਾਈਡ ਕੀਤਾ ਜਾਂਦਾ ਹੈ। ਸਾਡੀ ਡਿਸਪੈਚ ਟੀਮ ਕੰਜ਼ਿਊਮਰ ਅਤੇ ਕਸਟਮਰ ਦੋਨਾਂ ਲਈ ਹੀ 24 ਆਵਰ ਕੰਮ ਕਰਦੀ ਹੈ ਅਤੇ ਇਸੇ ਦੇ ਨਾਲ ਹੀ 24 ਆਵਰ ਰੋਡ ਸਾਈਡ ਅਸਿਸਟੈਂਸ ਸਾਡੇ ਡਰਾਈਵਰ ਵੀਰਾਂ ਵਾਸਤੇ ਉਪਲਬਧ ਕੀਤੀ ਜਾਂਦੀ ਹੈ, ਜਿੱਥੇ ਕਿ ਯਾਰਡ ਦੇ ਵਿੱਚ ਹੀ ਤੁਹਾਨੂੰ ਸਕੇਲ, ਕ੍ਰਾਸਟਾਕ ਅਤੇ ਫਿਊਲ ਸਟੇਸ਼ਨ ਦੀਆਂ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਜਾਂਦੀਆਂ ਹਨ। ਤੁਹਾਡਾ ਸਮਾਨ, ਪਿਆਰ ਤੇ ਵਿਸ਼ਵਾਸ ਕਿੰਨਾ ਜ਼ਿਆਦਾ ਕੀਮਤੀ ਹੈ, ਇਸ ਗੱਲ ਨੂੰ ਫੋਰਟਰੈਕਸ ਚੰਗੀ ਤਰ੍ਹਾਂ ਸਮਝਦਾ ਹੈ ਅਤੇ ਅਸੀਂ ਇਸ ਨੂੰ ਬਹੁਤ ਸਾਵਧਾਨੀ ਤੇ ਧਿਆਨ ਨਾਲ ਤੁਹਾਡੇ ਆਪਣਿਆਂ ਤੱਕ ਪਹੁੰਚਾਉਂਦੇ ਹਾਂ। ਸਾਡੀ ਆਧੁਨਿਕ ਟਰੈਕਿੰਗ ਟੈਕਨੋਲੋਜੀ ਦੀ ਮਦਦ ਨਾਲ ਤੁਸੀਂ ਆਪਣੀ ਸ਼ਿਪਮੈਂਟ ਨੂੰ ਟਰੈਕ ਕਰ ਸਕਦੇ ਹੋ। ਇਸ ਲਈ ਭਾਵੇਂ ਮੰਜ਼ਿਲ ਕਿੰਨੀ ਹੀ ਦੂਰ ਕਿਉਂ ਨਾ ਹੋਏ, ਫੋਰਟਰੈਕਸ ਤੁਹਾਡਾ ਪਿਆਰ ਤੁਹਾਡੇ ਆਪਣਿਆਂ ਤੱਕ ਪਹੁੰਚਾਉਣ ਲਈ ਹੈ ਹਮੇਸ਼ਾ ਤਿਆਰ। ਅੱਜ ਹੀ ਸਾਡੇ ਡਰਾਈਵਰਾਂ, ਵੇਅਰਹਾਊਸਾਂ ਅਤੇ ਲੌਜਿਸਟਿਕ ਮਾਹਿਰਾਂ ਦੇ ਵਿਆਪਕ ਨੈਟਵਰਕ ਨਾਲ ਜੁੜੋ ਤੇ ਆਪਣੇ ਕਾਰੋਬਾਰ ਨੂੰ ਉਚੇਰੇ ਪੱਧਰ ਤੇ ਲੈ ਜਾਓ। ਫੋਰਟਰੈਕਸ ਤੁਹਾਡਾ ਭਰੋਸਾ ਹਮੇਸ਼ਾ ਬਰਕਰਾਰ ਰੱਖਦੀ ਆਈ ਹੈ ਤੇ ਹਮੇਸ਼ਾ ਰੱਖੇਗੀ। ਹੋਰ ਜਾਣਨ ਲਈ ਅੱਜ ਹੀ ਸਾਡੇ ਨਾਲ ਸੰਪਰਕ ਕਰੋ।